रब दी बनाई सृष्टि बड़ी अजीब है। उस परमात्मा ने आसमान, चन्न, तारे, सूरज, धरती, पाताल आदि दी रचना करके सब नूं हैरान कीता है। मनुख जो सर्वश्रेष्ठ प्राणी है, उसने अपनी सोच नाल अनेकां नवीਆਂ खोजां कीतियां हन। ਉਹ ਚੰਨ ਤੇ ਪੁੱਜ ਗਿਆ ਹੈ ਤੇ ਕਈ ਹੋਰ ਗ੍ਰਹਿਾਂ ਦੀ ਵੀ ਛਾਣਬੀਣ ਕੀਤੀ ਹੈ। ਇਸ ਪਾਠ ਤੋਂ ਪੁਲਾੜ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ। ਰਾਤ ਦੀ ਰੋਟੀ ਖਾ ਕੇ ਅੱਪੂ ਛੱਤ ਉੱਪਰ ਚੜ ਗਿਆ। ਉਸਦੇ ਮਾਤਾ-ਪਿਤਾ ਨੇ ਉਸ ਨੂੰ ਸਮਝਾਇਆ ਸੀ ਕਿ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਜ਼ਰੂਰ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਰੋਟੀ ਛੇਤੀ ਹਜ਼ਮ ਹੁੰਦੀ ਹੈ। ਅੱਪੂ ਦੇ ਪਿਤਾ ਜੀ ਵੀ ਛੱਤ ਉੱਪਰ ਹੀ ਟਹਿਲ ਰਹੇ ਸਨ। ਆਕਾਸ਼ ਵਿੱਚ ਚਮਕਦੇ ਚੰਨ ਅਤੇ ਸਿਤਾਰਿਆਂ ਨੂੰ ਵੇਖ ਕੇ ਅੱਪੂ ਸੋਚੀਂ ਪੈ ਗਿਆ। ਕੁਝ ਦੇਰ ਬਾਅਦ ਪਿਤਾ ਜੀ ਕੋਲੋਂ ਪੁੱਛਣ ਲੱਗਾ, ਪਿਤਾ ਜੀ, ਚੰਨ ਧਰਤੀ ਦਾ ਉਪਗ੍ਰਹਿ ਹੈ ਨਾ? ਮੈਂ ਆਪਣੀ ਵਿਗਿਆਨ ਦੀ ਕਿਤਾਬ ਵਿੱਚ ਪੜ੍ਹਿਆ ਸੀ। ਹਾਂ ਪੁੱਤਰ, ਕੀ ਤੈਨੂੰ ਪਤਾ ਹੈ ਗ੍ਰਹਿ ਅਤੇ ਉਪਗ੍ਰਹਿ ਕੀ ਹੁੰਦੇ ਹਨ? ਨਹੀਂ। ਅੱਪੂ ਨੇ ਸਿਰ ਹਿਲਾਉਂਦਿਆਂ ਕਿਹਾ, ਪੁੱਤਰ, ਗ੍ਰਹਿ ਉਹ ਗੋਲਾਕਾਰ ਪਿੰਡ ਹੁੰਦੇ ਹਨ ਜੋ ਲਗਾਤਾਰ ਸੂਰਜ ਦੁਆਲੇ ਚੱਕਰ ਲਗਾਉਂਦੇ ਰਹਿੰਦੇ ਹਨ। ਸਾਡੀ ਧਰਤੀ ਵੀ ਇੱਕ ਗ੍ਰਹਿ ਹੈ। ਇਹਨਾਂ ਗ੍ਰਹਿਾਂ ਦੁਆਲੇ ਘੁੰਮਣ ਵਾਲੇ ਪਿੰਡ ਉਪਗ੍ਰਹਿ ਅਖਵਾਉਂਦੇ ਹਨ। ਚੰਨ ਧਰਤੀ ਦੁਆਲੇ ਘੁੰਮਦਾ ਹੈ, ਇਸ ਲਈ ਇਹ ਧਰਤੀ ਦਾ ਉਪਗ੍ਰਹਿ ਹੈ। ਪਿਤਾ ਜੀ, ਭਲਾ ਇਹ ਉਪਗ੍ਰਹਿ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਪਗ੍ਰਹਿ ਦੋ ਪ੍ਰਕਾਰ ਦੇ ਹੁੰਦੇ ਹਨ, ਕੁਦਰਤੀ ਅਤੇ ਬਨਾਵਟੀ। ਚੰਨ ਧਰਤੀ ਦਾ ਇੱਕ ਕੁਦਰਤੀ ਉਪਗ੍ਰਹਿ ਹੈ। ਬਨਾਵਟੀ ਉਪਗ੍ਰਹਿ ਉਹ ਚੱਟਾਨੀ ਪਿੰਡ ਹਨ ਜਿਹੜੇ ਵਿਗਿਆਨੀਆਂ ਨੇ ਧਰਤੀ ਜਾਂ ਹੋਰ ਗ੍ਰਹਿਾਂ ਦੁਆਲੇ ਛੱਡੇ ਹਨ। ਪਿਤਾ ਜੀ, ਇਹ ਬਣਾਉਟੀ ਉਪਗ੍ਰਹਿ ਕਿਵੇਂ ਛੱਡੇ ਜਾਂਦੇ ਹਨ? ਪੁੱਤਰ, ਇਹ ਰਾਕਟਾਂ ਰਾਹੀਂ ਛੱਡੇ ਜਾਂਦੇ ਹਨ। ਰਾਕਟ ਕੀ ਹੁੰਦਾ ਹੈ? ਅੱਪੂ, ਤੂੰ ਦੀਵਾਲੀ ਨੂੰ ਕਦੇ ਹਵਾਈ ਤਾਂ ਚਲਾਈ ਹੋਣੀ ਹੈ। ਇਹ ਰਾਕਟ ਬਸ ਉਸੇ ਵਰਗਾ ਇੱਕ ਵਿਮਾਨ ਹੁੰਦਾ ਹੈ। ਉਪਗ੍ਰਹਿ ਨੂੰ ਰਾਕਟ ਰਾਹੀਂ ਆਕਾਸ਼ ਵਿੱਚ ਕਿਵੇਂ ਛੱਡਿਆ ਜਾਂਦਾ ਹੈ? ਅੱਪੂ ਸੋਚ ਰਿਹਾ ਸੀ। ਪਿਤਾ ਜੀ ਨੇ ਉਸ ਨੂੰ ਸਮਝਾਇਆ, ਰਾਕਟ ਨੂੰ ਚਲਾਉਣ ਵਾਸਤੇ ਖਾਸ ਕਿਸਮ ਦੇ ਬਾਲਣ ਦੀ ਲੋੜ ਹੁੰਦੀ ਹੈ। ਇਸ ਵਿੱਚ ਲਗਭਗ 2/3 ਭਾਗ ਬਾਲਣ ਹੁੰਦਾ ਹੈ। ਇਸ ਦੇ ਸਭ ਤੋਂ ਉੱਪਰਲੇ ਭਾਗ ਵਿੱਚ ਉਪਗ੍ਰਹਿ ਰੱਖਿਆ ਹੁੰਦਾ ਹੈ। ਜਦੋਂ ਬਾਲਣ ਬਲਦਾ ਹੈ ਤਾਂ ਵੱਡੀ ਮਾਤਰਾ ਵਿੱਚ ਗੈਸਾਂ ਪੈਦਾ ਹੁੰਦੀਆਂ ਹਨ, ਜਿਹੜੀਆਂ ਕਿ ਬੜੇ ਜ਼ੋਰ ਨਾਲ ਰਾਕਟ ਨੂੰ ਆਕਾਸ਼ ਵੱਲ ਧੱਕਦੀਆਂ ਹਨ। ਇਹ ਸਭ ਕੁਝ ਨਿਊਟਨ ਦੇ ਕਿਰਿਆ ਤੇ ਪ੍ਰਤੀਕਿਰਿਆ ਵਾਲੇ ਸਿਧਾਂਤ ਅਨੁਸਾਰ ਵਾਪਰਦਾ ਹੈ। ਰਾਕਟ ਉਪਗ੍ਰਹਿ ਨੂੰ ਮਿੱਥੀ ਗਈ ਉਚਾਈ ਤੇ ਛੱਡ ਕੇ ਖੁਦ ਸੁਆਹ ਹੋ ਜਾਂਦਾ ਹੈ ਅਤੇ ਉਪਗ੍ਰਹਿ ਪੁਲਾੜ ਵਿੱਚ ਦਾਖਲ ਹੋ ਜਾਂਦਾ ਹੈ। ਪਿਤਾ ਜੀ, ਪੁਲਾੜ ਕੀ ਹੁੰਦਾ ਹੈ? ਅੱਪੂ ਨੇ ਸਵਾਲ ਕੀਤਾ। ਪੁੱਤਰ, ਆਪਣੇ ਆਲੇ ਦੁਆਲੇ ਹਵਾ ਦਾ ਇੱਕ ਲਿਫਾਫਾ ਜਿਹਾ ਹੈ। ਇਸ ਨੂੰ ਵਾਯੂਮੰਡਲ ਕਹਿੰਦੇ ਹਨ। ਪਰ ਹਵਾ ਧਰਤੀ ਤੋਂ ਲਗਭਗ 150 ਕਿਲੋਮੀਟਰ ਦੀ ਉਚਾਈ ਤੱਕ ਹੀ ਮੌਜੂਦ ਹੁੰਦੀ ਹੈ। ਇਸ ਤੋਂ ਉੱਪਰ ਖਲਾਅ ਹੈ।
ਇਸ ਖੇਤਰ ਨੂੰ ਪੁਲਾੜ ਕਿਹਾ ਜਾਂਦਾ ਹੈ। ਪੁਲਾੜ ਵਿੱਚ ਸਾਡੇ ਗ੍ਰਹਿ ਤੋਂ ਛੁੱਟ ਹੋਰ ਗ੍ਰਹਿ, ਸੂਰਜ, ਸਿਤਾਰੇ ਅਤੇ ਸਾਰਾ ਬ੍ਰਹਮੰਡ ਸ਼ਾਮਲ ਹੈ। ਚੰਦ, ਧੂਮ ਕੇਤੂ ਵੀ ਪੁਲਾੜ 'ਚ ਹੀ ਆ ਜਾਂਦੇ ਹਨ। ਅੱਪੂ ਦੇ ਪਿਤਾ ਜੀ ਇੱਕ ਕਾਲਜ ਵਿੱਚ ਪ੍ਰੋਫੈਸਰ ਸਨ। ਉਹ ਭੌਤਿਕ ਵਿਗਿਆਨ ਪੜ੍ਹਾਉਂਦੇ ਸਨ। ਇਸ ਲਈ ਉਹ ਅੱਪੂ ਦੇ ਸਵਾਲਾਂ ਦੇ ਉੱਤਰ ਬੜੀ ਆਸਾਨੀ ਨਾਲ ਦੇ ਰਹੇ ਸਨ। ਅੱਪੂ ਵੀ ਬੜੀ ਦਿਲਚਸਪੀ ਦਿਖਾ ਰਿਹਾ ਸੀ। ਉਹ ਹੁਣ ਅੰਤਰਿਕਸ਼ ਯਾਤਰਾ ਦਾ ਰੌਚਕ ਇਤਿਹਾਸ ਜਾਣਨਾ ਚਾਹੁੰਦਾ ਸੀ। ਉਸਨੇ ਪੁੱਛਿਆ, ਪਿਤਾ ਜੀ, ਪੁਲਾੜ ਵਿੱਚ ਰਾਕਟ ਸਭ ਤੋਂ ਪਹਿਲਾਂ ਕਿਸ ਨੇ ਭੇਜਿਆ? ਪੁੱਤਰ, ਸਭ ਤੋਂ ਪਹਿਲਾਂ ਰੂਸ ਨੇ 4 ਅਕਤੂਬਰ 1957 ਈਸਵੀ ਨੂੰ ਰਾਕਟ ਸਪੂਤਨਿਕ ਅੰਤਰਿਕਸ਼ ਵਿੱਚ ਭੇਜਿਆ। ਇਸ ਤੋਂ ਬਾਅਦ ਉਹਨਾਂ ਨੇ ਦੂਜਾ ਸਪੂਤਨਿਕ ਭੇਜਿਆ, ਜਿਸ ਵਿੱਚ ਲਾਇਕਾ ਕੁੱਤਾ ਸੀ। ਪਿਤਾ ਜੀ, ਰੂਸ ਤੋਂ ਇਲਾਵਾ ਕਿਸੇ ਹੋਰ ਦੇਸ਼ ਨੇ ਵੀ ਪੁਲਾੜ ਵਿੱਚ ਰਾਕਟ ਭੇਜੇ ਨੇ? ਅੱਪੂ ਨੇ ਫਿਰ ਪ੍ਰਸ਼ਨ ਕੀਤਾ। ਹਾਂ ਪੁੱਤਰ, ਰੂਸ ਤੋਂ ਬਾਅਦ ਅਮਰੀਕਾ ਨੇ ਐਕਸਪਲੋਰਰ ਨਾਮੀ ਰਾਕਟ ਪੁਲਾੜ ਵਿੱਚ ਭੇਜਿਆ। ਫਿਰ ਫਰਾਂਸ, ਜਾਪਾਨ ਅਤੇ ਚੀਨ ਨੇ ਵੀ ਪੁਲਾੜ ਵਿੱਚ ਉਪਗ੍ਰਹਿ ਭੇਜੇ। ਪਿਤਾ ਜੀ, ਪੁਲਾੜ ਵਿੱਚ ਜਾਣ ਵਾਲੇ ਪਹਿਲੇ ਵਿਅਕਤੀ ਦਾ ਕੀ ਨਾਂ ਸੀ? ਪੁੱਤਰ, ਉਸ ਦਾ ਨਾਂ ਮੇਜਰ ਯੂਰੀ ਗਾਗਰਿਨ ਸੀ। ਉਹ ਰੂਸ ਨਾਲ ਸੰਬੰਧ ਰੱਖਦਾ ਸੀ। ਪਿਤਾ ਜੀ, ਕੀ ਭਾਰਤ ਨੇ ਵੀ ਪੁਲਾੜ ਵਿੱਚ ਰਾਕਟ ਭੇਜੇ ਹਨ? ਹਾਂ ਪੁੱਤਰ, 1975 ਵਿੱਚ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਆਰਿਆਭੱਟ ਰੂਸ ਦੀ ਸਹਾਇਤਾ ਨਾਲ ਰੂਸ ਦੀ ਹੀ ਧਰਤੀ ਤੋਂ ਪੁਲਾੜ ਵਿੱਚ ਭੇਜਿਆ। ਇਸ ਤਰ੍ਹਾਂ ਭਾਰਤ ਪੁਲਾੜੀ ਖੋਜ ਕਰਨ ਵਾਲਾ ਦੁਨੀਆ ਦਾ 6ਵਾਂ ਦੇਸ਼ ਬਣ ਗਿਆ। ਪਿਤਾ ਜੀ, ਭਾਰਤ ਨੇ ਹੋਰ ਕਿਹੜੇ-ਕਿਹੜੇ ਉਪਗ੍ਰਹਿ ਪੁਲਾੜ ਵਿੱਚ ਭੇਜੇ ਹਨ? ਭਾਰਤ ਨੇ ਆਰਿਆਭੱਟ ਤੋਂ ਇਲਾਵਾ ਭਾਸਕਰ, ਰੋਹਿਣੀ, ਇਨਸੈਟ IRS ਆਦਿ ਉਪਗ੍ਰਹਿ ਪੁਲਾੜ ਵਿੱਚ ਭੇਜੇ। ਪੁੱਤਰ, ਖਬਰਾਂ ਵਿੱਚ ਮੌਸਮ ਦੀ ਜਾਣਕਾਰੀ ਦੱਸਦੇ ਸਮੇਂ ਤੂੰ ਇਨਸੈਟ 1B ਦਾ ਨਾਂ ਆਮ ਸੁਣਿਆ ਹੋਵੇਗਾ। ਹਾਂ ਪਿਤਾ ਜੀ। ਪੁੱਤਰ, ਇਹ ਉਪਗ੍ਰਹਿ 30 ਅਗਸਤ 1983 ਨੂੰ ਛੱਡਿਆ ਗਿਆ ਸੀ। ਪਿਤਾ ਜੀ, ਭਾਰਤ ਵੱਲੋਂ ਸਭ ਤੋਂ ਪਹਿਲਾਂ ਪੁਲਾੜ ਵਿੱਚ ਕੌਣ ਗਿਆ ਸੀ? ਪੁੱਤਰ, ਭਾਰਤ ਵੱਲੋਂ ਸਭ ਤੋਂ ਪਹਿਲੇ ਅੰਤਰਿਕਸ਼ ਯਾਤਰੀ ਰਾਕੇਸ਼ ਸ਼ਰਮਾ ਸਨ। ਪੰਜਾਬੀਆਂ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਰਾਕੇਸ਼ ਸ਼ਰਮਾ ਦਾ ਜਨਮ ਪੰਜਾਬ ਵਿੱਚ ਹੀ ਪਟਿਆਲਾ ਵਿਖੇ ਹੋਇਆ ਸੀ। ਅੱਛਾ ਪਿਤਾ ਜੀ। ਅੱਪੂ ਨੇ ਖੁਸ਼ ਹੋ ਕੇ ਆਖਿਆ, ਪਿਤਾ ਜੀ, ਕੀ ਚੰਦ ਤੇ ਵੀ ਕੋਈ ਆਦਮੀ ਜਾ ਚੁੱਕਾ ਹੈ? ਹਾਂ ਪੁੱਤਰ, ਚੰਨ ਤੇ ਸਭ ਤੋਂ ਪਹਿਲਾਂ ਅਮਰੀਕਾ ਦੇ ਨੀਲ ਆਰਮਸਟਰਾਂਗ ਨੇ ਪੈਰ ਧਰਿਆ ਸੀ। ਉਸਨੇ ਚੰਦਰਮਾ ਦੇ ਕਈ ਚਿੱਤਰ ਵੀ ਖਿੱਚੇ। ਜਿਸ ਰਾਕਟ ਵਿੱਚ ਉਹ ਗਿਆ, ਉਸ ਦਾ ਨਾਂ ਅਪੋਲੋ ਸੀ। ਪਿਤਾ ਜੀ, ਉਪਗ੍ਰਹਿ ਅੰਤਰਿਕਸ਼ ਵਿੱਚ ਭੇਜਣ ਦੇ ਕੀ ਲਾਭ ਹਨ? ਪੁੱਤਰ, ਇਹ ਸਵਾਲ ਤੂੰ ਬਹੁਤ ਹੀ ਵਧੀਆ ਕੀਤਾ ਹੈ। ਉਪਗ੍ਰਹਿਾਂ ਨੂੰ ਇੰਨੀ ਉਚਾਈ ਤੱਕ ਭੇਜਿਆ ਜਾਂਦਾ ਹੈ ਜਿੱਥੋਂ ਉਹ ਧਰਤੀ ਉੱਤੇ ਸਥਿਤ ਹਰ ਇੱਕ ਚੀਜ਼, ਜਿਵੇਂ ਨਦੀਆਂ, ਪਹਾੜਾਂ, ਜੰਗਲਾਂ, ਵਾਹੀ ਜਾਣ ਵਾਲੀ ਧਰਤੀ, ਬੰਜਰ ਭੂਮੀ ਆਦਿ ਦੀਆਂ ਤਸਵੀਰਾਂ ਵਿਸ਼ੇਸ਼ ਕੈਮਰਿਆਂ ਵਿੱਚ ਕੈਦ ਕਰ ਲੈਂਦੇ ਹਨ। ਇਸ ਤਰ੍ਹਾਂ
ਧਰਤੀ ਦੇ ਹੇਠਾਂ ਛਿਪੇ ਖਣਿਜ ਭੰਡਾਰਾਂ ਦਾ ਪਤਾ ਲਗਾਇਆ ਜਾਂਦਾ ਹੈ। ਟੈਲੀਵਿਜ਼ਨ ਤੇ ਰੇਡੀਓ ਪ੍ਰਸਾਰਣ ਵਿੱਚ ਮਦਦ ਹੁੰਦੀ ਹੈ। ਪੁੱਤਰ, ਇਹ ਜੋ ਆਪਾਂ ਕ੍ਰਿਕਟ ਮੈਚਾਂ ਦਾ ਦੂਰ ਦੁਰਾਡੇ ਖੇਤਰਾਂ ਤੋਂ ਪ੍ਰਸਾਰਣ ਵੇਖਦੇ ਹਾਂ, ਸਭ ਇਹਨਾਂ ਉਪਗ੍ਰਹਿਾਂ ਦੀ ਸਹਾਇਤਾ ਨਾਲ ਹੀ ਹੁੰਦਾ ਹੈ। ਇਸ ਤੋਂ ਇਲਾਵਾ ਫਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਰੋਗਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਤਾਂ ਉਪਗ੍ਰਹਿਾਂ ਦੇ ਬੜੇ ਹੀ ਲਾਭ ਹਨ। ਅੱਪੂ ਨੇ ਹੈਰਾਨ ਹੁੰਦਿਆਂ ਕਿਹਾ, ਰਾਤ ਦੇ 10:30 ਵੱਜ ਚੁੱਕੇ ਸਨ। ਥੱਲਿਓਂ ਮੰਮੀ ਦੀ ਉੱਚੀ ਸਾਰੀ ਆਵਾਜ਼ ਨੇ ਅੱਪੂ ਦੀ ਬਿਰਤੀ ਭੰਗ ਕਰ ਦਿੱਤੀ। ਅੱਪੂ ਪੁੱਤਰ, ਕੀ ਗੱਲ ਆ? ਅੱਜ ਸੌਣਾ ਨਹੀਂ? ਸਾਰੀ ਰਾਤ ਜਾਗਣ ਦਾ ਇਰਾਦਾ ਤਾਂ ਨਹੀਂ? ਪਤਾ ਨਹੀਂ ਇਹ ਪਿਓ ਪੁੱਤਰ ਰਾਤ ਵੇਲੇ ਕੀ ਊਟ ਪਟੰਗ ਗੱਲਾਂ ਕਰਨ ਲੱਗੇ ਹੋਏ ਨੇ। ਰਾਤ ਨੂੰ ਵੀ ਟਿਕਾ ਨਹੀਂ ਆਉਂਦਾ ਇਹਨਾਂ ਨੂੰ। ਜਲਦੀ ਥੱਲੇ ਆ ਕੇ ਸੌਂ ਜਾਓ, ਕੱਲ ਨੂੰ ਸਕੂਲ ਵੀ ਜਾਣਾ ਏ। ਇਸ ਤੋਂ ਪਹਿਲਾਂ ਕਿ ਮੰਮੀ ਦੀ ਡਾਂਟ ਪੈਂਦੀ, ਅੱਪੂ ਜਲਦੀ ਥੱਲੇ ਉਤਰ ਗਿਆ। ਉਸਦੇ ਪਿਤਾ ਜੀ ਵੀ ਹੌਲੀ ਆ ਰਹੇ ਸਨ। ਔਖੇ ਸ਼ਬਦਾਂ ਦੇ ਅਰਥ: ਟਹਿਲਣਾ, ਹੌਲੀ ਤੁਰਨਾ, ਕੁਦਰਤੀ, ਪ੍ਰਾਕਿਰਤਕ।